ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੋਦ ਦਾ ਨਿਗਮਾਨ ਰਹੀ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਵੱਡੇ ਭਾਗਾਂ ਵਾਲਿਓ ਮਾਈ ਭਾਈ ਇਕੱਤਰ ਹੋ ਕੇ ਮੇਰੇ ਪਾਤਸ਼ਾਹ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹੋ, ਨਿੱਘ ਮਾਣ ਰਹੇ ਹੋ। ਅੱਜ ਚੇਤ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ, ਸਿੱਖ ਧਰਮ ਦੇ ਵਿੱਚ ਨਵੇਂ ਸਾਲ ਦੀ ਆਰੰਭਤਾ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਮੰਨਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, 1 ਜਨਵਰੀ ਨੂੰ ਪੂਰਾ ਸੰਸਾਰ ਨਵੇਂ ਸਾਲ ਦੀ ਆਰੰਭਤਾ ਕਰਦਾ ਹੈ, ਪਰ ਸਿੱਖ ਧਰਮ ਦਾ ਜਿਹੜਾ ਨਵਾਂ ਸਾਲ, ਨਵਾਂ ਆਰੰਭਤਾ ਹੁੰਦੀ ਏ, ਉਹ 1 ਚੇਤ ਭਾਵ ਚੇਤ ਦੇ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12ਵਾਂ ਮਾਝ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਉਪਦੇਸ਼ ਬਖਸ਼ਦੇ ਹਨ ਕਿ ਇਹ 6 ਰੁੱਤਾਂ ਦੇ ਵਿੱਚੋਂ ਬਸੰਤ ਰੁੱਤ ਦਾ ਪਹਿਲਾ ਮਹੀਨਾ ਹੈ, 2 ਮਹੀਨਿਆਂ ਦੀ 1 ਰੁੱਤ ਹੁੰਦੀ ਏ। 1 ਚੇਤ ਦਾ ਮਹੀਨਾ ਸੰਸਾਰ ਦੇ ਨਾਲ ਸੰਬੰਧਿਤ ਤੇ ਦੇਵ ਪੂਜਾ ਵਾਲਿਆਂ ਨੇ, ਸੂਰਜ ਉਪਾਸ਼ਕਾਂ ਨੇ ਜੁਗਾ ਸਦੀਆਂ ਤੋਂ ਸੂਰਜ ਦਾ ਪੂਜਨ ਕੀਤਾ। ਸਤਿਗੁਰੂ ਜੀ ਨੇ ਗਿਆਨ ਦਾ ਸੂਰਜ ਰੂਪ ਹੋ ਕੇ ਸੰਸਾਰ ਦੇ ਅੰਧਕਾਰ ਨੂੰ ਮਿਟਣ ਦੇ ਲਈ ਆਪਣੇ ਉਪਦੇਸ਼ ਦੇ ਦੁਆਰਾ ਦੱਸਿਆ ਹੈ ਕਿ ਚੇਤ ਦਾ ਅਸਲੀ ਮਹੀਨਾ ਮਨੁੱਖਾ ਸਰੀਰ ਹੈ। ਮਨੁੱਖਾ ਸਰੀਰ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ, ਉਸ ਦੇ ਉੱਤਰ ਦੇ ਵਿੱਚ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਪਾਵਨ ਗੁਰ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਚੇਤ ਦੀ ਸੰਗਰਾਂਦ ਦੇ, ਚੇਤ ਦੇ ਮਹੀਨੇ ਦੀ ਇਸ ਬੰਦ ਦੀ ਪਹਿਲੀ ਪੰਕਤੀ ਦੇ ਅੰਦਰ ਸਾਧ ਸੰਗਤ ਜੀ ਉਪਦੇਸ਼ ਸਾਨੂੰ ਕਲ ਜੁਗੀ ਜੀਵਾਂ ਨੂੰ ਬਖਸ਼ਿਸ਼ ਕਰਦੇ ਨੇ। ਉਸ ਤੋਂ ਪਹਿਲਾਂ ਹੱਥ ਜੋੜੋ, ਮਸਤਕ ਝੁਕਾਓ, ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਪਾਤਸ਼ਾਹ ਦੇ ਦਿੱਤੇ ਹੋਏ ਉਪਦੇਸ਼ ਦੇ ਨਾਲ ਜੁੜ ਸਕੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੇਤ ਗੋਵਿੰਦ ਆਰਾਧੀਐ, ਹੋਵੈ ਆਨੰਦ ਘਣਾ। ਚੇਤ ਗੋਵਿੰਦ ਆਰਾਧੀਐ, ਹੋਵੈ ਆਨੰਦ ਘਣਾ। ਚੇਤ ਦੇ ਮਹੀਨੇ ਵਿੱਚ ਘਣਾ ਬਹੁਤ। ਚੇਤ ਵਿੱਚ ਬਸੰਤ ਰੁੱਤ ਆਉਂਦੀ ਆ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦਿੰਦੀ ਹੈ। ਜੇ ਪ੍ਰਮਾਤਮਾ ਨੂੰ ਸਿਮਰੀਏ ਤਾਂ ਸਿਮਰਨ ਦੀ ਬਰਕਤ ਨਾਲ ਬਹੁਤ ਆਨੰਦ ਪ੍ਰਾਪਤ ਹੋ ਸਕਦਾ ਹੈ। ਘਣਾ, ਇਹ ਜਿਹੜਾ ਸ਼ਬਦ ਹੈ ਨਾ ਸਾਧ ਸੰਗਤ ਜੀ, ਇਹ ਪਦ ਸਿੰਧੀ ਬੋਲੀ ਦਾ, ਜਿਸ ਦਾ ਅਰਥ ਹੁੰਦਾ ਬਹੁਤ। ਸੰਸਾਰ ਦੇ ਅੰਦਰ ਜੀਵ, ਜਿਤਨੇ ਜੀਵ ਆਏ ਹੋਏ ਹਨ, ਉਹ ਕਿਸੇ ਨਾ ਕਿਸੇ ਨੂੰ ਜ਼ਰੂਰ ਚੇਤੇ ਕਰਦੇ ਨੇ। ਜਿਸ ਨੂੰ ਚੇਤੇ ਕਰੀਏ ਉਸ ਦੇ ਮਨ ਉੱਤੇ ਚਿੰਤਨ, ਆਪਣਾ ਪਿਆਰ ਦਾ ਅਸਰ ਕਰਦਾ ਹੈ, ਕਿਉਂਕਿ ਮਨਾਂ ਦੇ ਵਿੱਚ ਰਾਹ ਹੁੰਦਾ ਹੈ। ਇਸ ਲਈ ਲੌਕਿਕ ਗਾਥਾ ਪ੍ਰਸਿੱਧ ਹੈ, ਦੁਨਿਆਵੀ ਉਦਾਹਰਨ ਪ੍ਰਸਿੱਧ ਹੈ ਕਿ ਦਿਲ ਦੀਆਂ ਬਾਤਾਂ ਨੂੰ ਬੁੱਝ ਲੈਂਦੇ, ਦਿਲ ਜਾਣਦੇ ਅੰਗਰੇਜ਼ ਦੀ ਤਾਰ ਮੀਆਂ। ਪਰ ਉਹਨਾਂ ਚੀਜ਼ਾਂ ਨੂੰ ਛੱਡ ਕੇ ਜਿਨ੍ਹਾਂ ਵਿੱਚ ਮਨ ਨਹੀਂ ਹੈ, ਜਿਸ ਤਰ੍ਹਾਂ ਪਪੀਹਾ ਸ਼ਵਾਂਤੀ ਬੂੰਦ ਨੂੰ ਚੇਤੇ ਕਰਦਾ ਏ, ਪਤੰਗਾ ਦੀਵੇ ਦੀ ਲਾਟ ਉੱਤੇ ਆਪਣਾ ਜੀਵਨ ਭੇਟ ਕਰ ਦਿੰਦਾ ਏ,
ਮੱਛੀ ਪਾਣੀ ਨੂੰ ਚੇਤੇ ਕਰਦੀ ਆ, ਪਰ ਇਹਨਾਂ ਜੀਵਾਂ ਨੂੰ ਇਹ ਚਿੰਤਨ ਕਰਨ ਦਾ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਜਿਨ੍ਹਾਂ ਨੂੰ ਉਹ ਚੇਤੇ ਕਰਦੇ ਹਨ ਉਹਨਾਂ ਵਿੱਚ ਮਨ ਨਹੀਂ ਹੈ। ਇਸੇ ਲਈ ਉਹਨਾਂ ਦੇ ਵਿੱਚ ਪਿਆਰ ਦੀ ਖਿੱਚ ਪੈਦਾ ਨਹੀਂ ਹੁੰਦੀ। ਜਿਹੜੇ ਜੀਵਾਂ ਦੇ ਵਿੱਚ ਮਨ ਹੈ ਉਹ ਸੰਸਾਰੀ ਹਨ, ਉਹਨਾਂ ਨੂੰ ਚੇਤੇ ਕਰਨ ਦਾ ਘਣਾ ਆਨੰਦ ਪ੍ਰਾਪਤ ਨਹੀਂ ਹੁੰਦਾ, ਬਲਕਿ ਸ਼ੋਕ ਗਮ ਪੈਦਾ ਹੁੰਦਾ ਹੈ। ਜਿਵੇਂ ਆਪਣੇ ਪੁੱਤਰ, ਇਸਤਰੀ, ਭਰਾਵਾਂ ਆਦਿ ਨੂੰ ਚੇਤੇ ਕਰਦਾ ਹੈ। ਇਹ ਸਭ ਕੁਝ ਜਿਹੜਾ ਕੂੰਜ ਦੀ ਨਿਆਈ ਮਾਇਕ ਚਿੰਤਨ ਹੈ ਸਾਧ ਸੰਗਤ ਜੀ। ਕਬੀਰ ਚੁਗੇ ਚਿਤਾਰੇ ਭੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਐਸਾ ਚਿੰਤਨ ਤਾਂ ਕੂੰਜ ਪੀ ਨੇ ਵੀ ਕੀਤਾ, ਜਿਸ ਤਰ੍ਹਾਂ ਦਾ ਚਿੰਤਨ ਮਨੁੱਖ ਨੇ ਵੀ ਕੀਤਾ। ਇਸ ਦਾ ਲਾਭ ਕੀ ਪ੍ਰਾਪਤ ਹੋਇਆ? ਜੀਵ ਜਿਨ੍ਹਾਂ ਨੂੰ ਆਪਣੇ ਸਮਝ ਕੇ ਯਾਦ ਕਰਦਾ ਏ, ਉਹ ਵੇਖਦਿਆਂ ਵੇਖਦਿਆਂ ਬਗਾਨੇ ਹੋ ਜਾਂਦੇ ਨੇ। ਇੱਥੋਂ ਤੱਕ ਕਿ ਬੋਲਣ ਦਾ ਭਾਵ ਵੀ ਨਹੀਂ ਰਹਿੰਦਾ, ਜੋ ਮਿੱਤਰ ਸੰਬੰਧੀਆਂ ਨੂੰ ਚੇਤੇ ਕਰਦਾ ਹੈ। ਭਗਤ ਜੀ, ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਸੂਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ। ਕਬੀਰ ਸੂਖ ਨਾ ਇਹ ਜੁਗ ਕਰ ਹੈ ਜੋ ਬਹੁਤੇ ਮੀਤ। ਪਰਮਾਤਮਾ ਨੂੰ ਭੁਲਾ ਕੇ ਜੋ ਪੁੱਤਰ, ਇਸਤਰੀ, ਧਨ, ਮਿਲਖ ਆਦਿਕ ਕਈ ਮਿੱਤਰ ਬਣਾ ਰਹੇ ਨੇ, ਇਸ ਮਨੁੱਖਾ ਜਨਮ ਦੇ ਵਿੱਚ ਇਹਨਾਂ ਮਿੱਤਰਾਂ ਦਾ ਸੁੱਖ ਨਹੀਂ ਮਿਲੇਗਾ। ਕਿਉਂ? ਕਾਰਨ ਕੀ ਹੈ? ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਕੌਣ ਕੌਣ ਸੰਗ ਛੱਡ ਕੇ ਭੱਜ ਗਏ ਨੇ? ਨਿਰਧਨ। ਨਿਰਧਨ ਤੋਂ ਭਾਵ ਕੰਗਾਲ। ਕੋ ਨੂੰ ਸੰਗ ਸਾਥ ਛੱਡ, ਸਭ ਸਾਰੇ ਛੱਡ ਕੇ ਗਏ ਚਲੇ। ਕਦੋਂ? ਜਦੋਂ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਨਸ ਜਾਂਦੇ ਨੇ। ਕੌਣ ਕੌਣ ਨਸਦਾ ਏ? ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਤਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਭਾਵ ਹੈ ਭਾਈ, ਇਸਤਰੀ, ਮਿੱਤਰ, ਪੁੱਤਰ, ਰਿਸ਼ਤੇਦਾਰ ਇਹ ਸਾਰੇ ਧਨ ਦੇ ਨਾਲ ਹੀ ਪਿਆਰ ਕਰਦੇ ਨੇ। ਜਦੋਂ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਨਸ ਜਾਂਦੇ ਨੇ। ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਮੇਰੇ ਪਾਤਸ਼ਾਹ ਕਹਿ ਰਹੇ ਨੇ ਕਿ ਚੇਤ ਗੋਵਿੰਦ ਅਰਾਧੀਐ, ਹੋਵੇ ਆਨੰਦ ਘਣਾ। ਦੁਨਿਆਵੀ ਗੱਲਾਂ ਨੂੰ, ਦੁਨਿਆਵੀ ਚੀਜ਼ਾਂ ਨੂੰ ਛੱਡ ਤੇ ਚੇਤ ਦੇ ਮਹੀਨੇ ਵਿੱਚ ਉਸ ਪਰਮਾਤਮਾ ਨੂੰ ਸਿਮਰਨ ਕਰੀਏ ਤਾਂ ਸਿਮਰਨ ਦੀ ਬਰਕਤ ਦੇ ਨਾਲ ਬਹੁਤ ਆਤਮਿਕ ਆਨੰਦ ਹੋ ਸਕਦਾ ਹੈ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਮਿਲ ਕੇ ਪਾਈਐ, ਜਪਣਾ ਚਾਹੀਦਾ ਹੈ, ਪਾਉਣਾ ਚਾਹੀਦਾ ਹੈ। ਰਸਨਾ ਜੀਭ ਦੇ ਨਾਲ, ਭਣਾ ਉਚਾਰਨ। ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਸਮਝਣ ਦਾ ਯਤਨ ਕਰਿਓ। ਸੰਤ ਜਨਾਂ ਮਿਲ ਪਾਈਐ, ਰਸਨਾ ਨਾਮ ਭਣਾ। ਸੰਤ ਜਨਾਂ ਦੇ ਨਾਲ ਮਿਲ ਕੇ ਹੀ ਜੀਵ ਨਾਲ ਨਾਮ ਦਾ ਉਚਾਰਨ ਕਰਨਾ ਪਾਈਦਾ। ਤੇ ਸੰਤਾਂ ਦੇ ਲਛਮਣ ਦੱਸਦੇ ਨੇ, ਸਤਿਗੁਰੂ ਜੀ ਕਥਨ ਕਰਦੇ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਸੇ ਹਰ ਜਨ ਪੂਰੇ ਸਹੀ ਜਾਣ। ਸੋਰਠ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਭਾਵ ਜਿਨ੍ਹਾਂ ਨੂੰ ਸਾਸ ਪ੍ਰਭੂ ਦਾ ਨਾਮ ਵਿਸਰਦਾ ਨਹੀਂ, ਉਹਨਾਂ ਨੂੰ ਸੇ ਹਰ ਜਨ ਪੂਰੇ ਸਹੀ ਜਾਣ, ਉਹਨਾਂ ਨੂੰ ਤੂੰ ਸਹੀ ਜਾਣ। ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ। ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ।
ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਰੂਪ ਮੰਤਰ ਵਸ ਰਿਹਾ ਹੈ। ਧੰਨ ਸੇਈ ਨਾਨਕਾ ਪੂਰਨ ਸੋਈ ਸੰਤ ਭਾਵ, ਧੰਨ ਸੇ ਸੇਈ ਨਾਨਕਾ। ਹੇ ਨਾਨਕ, ਉਹ ਬੰਦੇ ਮੁਬਾਰਕ ਹਨ, ਉਹੀ ਪੂਰਨ ਸੰਤ ਨੇ, ਤੇ ਉਹਨਾਂ ਸੰਤਾਂ ਨੂੰ ਮਿਲ ਕੇ ਹੀ ਨਾਮ ਜਪਣ ਦੀ ਦਾਤ ਆ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਰਾੜੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਇਕੱਲੇ ਪੁਰਸ਼ ਉੱਤੇ ਤਾਂ ਮਨ ਦਾ ਹੀ ਅਸਰ ਪਿਆ ਰਹਿੰਦਾ ਹੈ, ਭਾਵ ਸੰਕਲਪ ਵਿਕਲਪ ਫੁਰਦੇ ਰਹਿੰਦੇ ਨੇ। ਮਹਾਤਮਾ ਦੀ ਸੰਗਤ ਵਿੱਚ ਮਿਲਣ ਵਾਲੇ ਕਰਕੇ ਵਿਕਾਰਾਂ ਦਾ ਨਾਸ ਹੁੰਦਾ ਹੈ। ਜਿਵੇਂ ਗਣਕਾਂ ਨੇ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਤੂਤੇ ਪਾਸੋਂ ਰਾਮ ਨਾਮ ਅਖਵਾਉਣਾ ਕੀਤਾ ਸੀ, ਇਸੇ ਤਰ੍ਹਾਂ ਸਾਧ ਸੰਗਤ ਜੀ ਅਜਾਮਲ ਨੂੰ ਮਹਾਤਮਾ ਨੇ ਉਪਦੇਸ਼ ਦਿੱਤਾ ਸੀ ਕਿ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖੀ। ਇਸ ਜੁਗਤੀ ਦੇ ਨਾਲ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਸੀ। ਇਸੇ ਤਰ੍ਹਾਂ ਹੀ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਚੇਤ ਮਹੀਨੇ ਦੇ ਸੰਬੰਧ ਦੇ ਅੰਦਰ ਸੰਗਰਾਂਦ ਦੇ ਪਾਵਨ ਉਪਦੇਸ਼ ਦੀ ਦੂਸਰੀ ਪੰਕਤੀ ਦੇ ਅੰਦਰ ਕਿ ਸੰਤ ਜਨਾ ਮਿਲ ਪਾਈ ਹੈ, ਰਸਨਾ ਨਾਮ ਭਣਾ। ਜੀਵ ਦੇ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹੇ ਗਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹੇ ਗਣਾ। ਜਿਨ ਤੋਂ ਭਾਵ ਜਿਸ ਮਨੁੱਖ ਨੇ, ਤਿਸ ਹੈ ਉਸ ਨੂੰ ਆਏ ਗਣਾ। ਆਇਆ ਸਮਝੋ ਉਸ ਬੰਦੇ ਨੂੰ ਜਗਤ ਦੇ ਵਿੱਚ ਜੰਮਿਆ ਹੋਇਆ ਜਾਣੋ, ਉਸ ਦੇ ਜਨਮ ਸਫਲ ਸਮਝੋ ਜਿਸ ਨੇ ਸਿਮਰਨ ਦੀ ਸਹਾਇਤਾ ਨਾਲ ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ। ਉਸ ਮਨੁੱਖ ਨੂੰ, ਜੀਵ ਨੂੰ ਸੰਸਾਰ ਦੇ ਵਿੱਚ ਆਇਆ ਸਫਲ ਸਮਝਣਾ ਚਾਹੀਦਾ ਹੈ, ਜਿਸ ਨੇ ਸਿਮਰਨ ਦੀ ਸਹਾਇਤਾ ਨਾਲ ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਸਵਾਸਾਂ ਦੀ ਪੂੰਜੀ ਦੁਆਰਾ ਨਾਮ ਦਾ ਲਾਭ ਕੇਵਲ ਮਨੁੱਖਾ ਜਨਮ ਦੇ ਵਿੱਚ ਹੀ ਪ੍ਰਾਪਤ ਕੀਤਾ ਜਾ ਸਕਦਾ। ਇਹ ਮਨੁੱਖਾ ਦੇਹ ਤੋਂ ਬਿਨਾਂ ਹੋਰ ਜਿਤਨੀਆਂ ਵੀ ਜੂਨਾਂ ਹਨ ਸਾਧ ਸੰਗਤ ਜੀ, ਉਹਨਾਂ ਦੇ ਵਿੱਚ ਸਵਾਸ ਸਾਨੂੰ ਪ੍ਰਾਪਤ ਹੋਣਗੇ, ਪਰ ਉਹਨਾਂ ਸਵਾਸਾਂ ਦੁਆਰਾ ਅਸੀਂ ਨਾਮ ਦਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਜੋ ਮਨੁੱਖਾ ਜਨਮ ਦੇ ਅਮੋਲਕ ਸਵਾਸ ਅਸੀਂ ਖਾਣ ਪੀਣ, ਸੌਣ ਅਤੇ ਭੋਗਣ ਦੇ ਵਿੱਚ ਗਵਾ ਰਹੇ ਹਾਂ, ਇਹ ਸਭ ਤਾਂ ਹਰੇਕ ਜੂਨਾਂ ਦੇ ਵਿੱਚ ਪ੍ਰਾਪਤ ਹੋ ਜਾਣਗੇ, ਪਰ ਨਾਮ ਕਿਸੇ ਜੂਨ ਦੇ ਵਿੱਚ ਵੀ ਕਿਸੇ ਹੋਰ ਜੂਨੀ ਵਿੱਚ ਪ੍ਰਾਪਤ ਨਹੀਂ ਹੋਏਗਾ। ਨਿੰਦਰਾ ਭੋਜਨ ਭੋਗ ਹੈ, ਇਹ ਪਸ ਪੁਰਖ ਸਮਾਨ। ਨਰ ਗਿਆਨ ਨਿਜ ਅਧਿਕਰਤਾ, ਗਿਆਨ ਬਿਨਾ ਪਸ ਜਾਣ ਭਾਵ ਅਸੀਂ ਆਪਣੀ ਜ਼ਿੰਦਗੀ ਇਹਨਾਂ ਚੀਜ਼ਾਂ ਨੂੰ ਸਮਰਪਿਤ ਕਰ ਦਿੱਤੀ, ਫਿਰ ਸਾਡਾ ਤੇ ਪਸ਼ੂਆਂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਇਸੇ ਮਨੁੱਖਾਂ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਆਵਨ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ ਢੋਰ। ਆਵਨ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ ਢੋਰ। ਆਏ ਤਾਂ ਇਸ ਸੰਸਾਰ ਦੇ ਵਿੱਚੋਂ, ਪਰ ਪਸ਼ੂਆਂ ਦੀ ਬਿਰਤੀ ਹੋਈ ਫਿਰਦੀ ਏ ਤੁਹਾਡੀ। ਆਓ ਅਗਲੀ ਪੰਕਤੀ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਨਾ। ਇੱਕ ਖਿਣ ਤਿਸ ਬਿਨ ਜੀਵਨਾ, ਬਿਰਥਾ ਜਨਮ ਜਨਾ। ਕਿਉਂਕਿ ਪਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਖਿਣ ਮਾਤਰ ਸਮਾਂ ਗੁਜ਼ਾਰਿਆਂ ਵੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ। ਆਖਾਂ ਜੀਵਾਂ ਵਿਸਰੈ ਮਰ ਜਾਓ, ਭਾਵ ਜੇ ਉਸ ਪਰਮਾਤਮਾ ਦਾ ਨਾਮ ਜਪਾਂ, ਉਸ ਪਰਮਾਤਮਾ ਨੂੰ ਯਾਦ ਕਰਾਂ ਤਾਂ ਮੈਂ ਜਿਉਂਦਾ ਹਾਂ। ਵਿਸਰੈ ਮਰ ਜਾਓ, ਜੇ ਅਕਾਲ ਪੁਰਖ ਵਾਹਿਗੁਰੂ ਦੀ ਇਕਾਗਰਤਾ ਵਿਸਰ ਗਈ, ਉਸ ਦੀ ਯਾਦ ਹੀ ਵਿਸਰ ਗਈ, ਤਾਂ ਮੈਂ ਮੋਇਆਂ ਦੇ ਸਮਾਨ ਹਾਂ। ਜਿਉ ਮਛਲੀ ਬਿਨ ਪਾਣੀਏ, ਰਹੇ ਨਾ ਕਿਤੇ ਉਪਾਏ। ਤਿਉ ਹਰ ਬਿਨ ਸੰਤ ਨਾ ਜੀਵਈ, ਬਿਨ ਹਰ ਨਾਮੇ ਮਰ ਜਾਏ। ਇਸ ਲਈ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਸਾਧ ਸੰਗਤ ਜੀ ਆਪਣਾ ਇੱਕ ਵੀ ਸਵਾਸ ਨਾਮ ਤੋਂ ਬਿਨਾ ਖਾਲੀ ਨਾ ਜਾਣ ਦਿਓ। ਮਨੁੱਖਾ ਜਨਮ ਦਾ ਜੋ ਸਵਾਸ, ਜੋ ਛਿਣ ਨਾਮ ਤੋਂ ਬਿਨਾ ਲੰਘ ਗਿਆ, ਉਹ ਅਮੋਲਕ ਸਵਾਸ ਵਿਅਰਥ ਹੀ ਗਿਣਿਆ ਜਾਵੇਗਾ। ਤੇ ਪਰਮਾਤਮਾ ਦੀ ਯਾਦ ਤੋਂ ਬਿਨਾ ਇੱਕ ਖਿੰਨ ਮਾਤਰ ਸਾਧ ਸੰਗਤ ਜੀ, ਇੱਕ ਖਿੰਨ ਮਾਤਰ ਸਮਾਂ ਗੁਜ਼ਾਰਿਆਂ ਵੀ ਜ਼ਿੰਦਗੀ ਜਿਹੜੀ ਬੀਤਦੀ ਜਾਂਦੀ ਉਹ ਸਮਝੋ ਵਿਅਰਥ ਹੈ।
ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਮਹੀਅਲ ਤੋਂ ਭਾਵ ਧਰਤੀ ਦੇ ਤਲ ਉੱਤੇ, ਪੁਲਾੜ ਦੇ ਵਿੱਚ, ਆਕਾਸ਼ ਵਿੱਚ। ਜਿਹੜਾ ਪ੍ਰਭੂ ਪਾਣੀ ਦੇ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਜੰਗਲਾਂ ਵਿੱਚ, ਹਰ ਥਾਂ ਵਿਆਪਕ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਘਟ ਘਟ ਮੈਂ ਹਰ ਜੂ ਬਸੇ, ਸੰਤਨ ਕਹਿਓ ਪੁਕਾਰ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਗ੍ਰੰਥ ਦੇ ਅੰਦਰ, ਜਿਵੇਂ ਜਮਾਨ ਕੇ ਬਿਖੇ ਸਮਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਹੈ ਬਾਦ ਹੋਤ ਹੈ। ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਪਰਮਾਤਮਾ ਵਿਆਪਕ ਨਾ ਹੋਵੇ। ਜਦੋਂ ਪ੍ਰਹਿਲਾਦ ਤੇ ਹਰਨਾਕਸ ਦਾ ਝਗੜਾ ਹੋਇਆ ਤਾਂ ਅਖੀਰ ਵਿੱਚ ਹਰਨਾਕਸ ਨੇ ਪੁੱਛਿਆ, ਬੋਲ ਤੇਰਾ ਪਰਮੇਸ਼ਰ ਇਸ ਥੰਮ ਵਿੱਚ ਵੀ ਹੈ? ਤਾਂ ਪ੍ਰਹਿਲਾਦ ਕਹਿਣ ਲੱਗਾ, ਜੋ ਪਰਮਾਤਮਾ ਹਰ ਚੀਜ਼ ਵਿੱਚ ਹੈ ਉਹ ਇਸ ਥੰਮ ਵਿੱਚ ਵੀ ਹੈ। ਤਾਂ ਪਰਮਾਤਮਾ ਨੇ ਥੰਮ ਦੇ ਵਿੱਚੋਂ ਨਰਸਿੰਘ ਦੇ ਰੂਪ 'ਚ ਪ੍ਰਗਟ ਹੋ ਕੇ ਹਰਨਾਕਸ ਦਾ ਨਾਸ਼ ਕਰ ਦਿੱਤਾ। ਪਰਮਾਤਮਾ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਵਿਆਪਕ ਹੈ, ਦ੍ਰਿਸ਼ਟਾਂਤ ਦੇ ਕੇ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਨੇ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਜਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਜਿੰਨੀ ਬਨਸਪਤੀ ਉਸ ਦੇ ਵਿੱਚ ਗੁਪਤ ਰੂਪ ਦੇ ਵਿੱਚ ਅੱਗ ਰੱਖੀ ਹੋਈ ਆ, ਪਰ ਉਹ ਬਾਹਰ ਦਿਖਾਈ ਨਹੀਂ ਦਿੰਦੀ। ਜਿੰਨੇ ਦੁੱਧ ਸੰਸਾਰ ਦੇ ਉੱਪਰ ਮੌਜੂਦ ਨੇ ਉਹਨਾਂ ਵਿੱਚ ਘਿਓ ਮੱਖਣ ਹੈ, ਪਰ ਉਹ ਬਾਹਰ ਦਿਖਾਈ ਨਹੀਂ ਦਿੰਦਾ। ਊਚ ਨੀਚ ਮੈਂ ਜੋਤ ਸਮਾਣੀ, ਇਸੇ ਤਰ੍ਹਾਂ ਉੱਚੇ ਨੀਵੇਂ ਦੇ ਵਿੱਚ ਜੋਤ ਸਮਾਈ ਹੋਈ ਹੈ ਅਕਾਲ ਪੁਰਖ ਵਾਹਿਗੁਰੂ ਦੀ। ਘਟ ਘਟ ਮਾਧੋ ਜੀਆ, ਉਹ ਮਾਧੋ ਹਰ ਇੱਕ ਦੇ ਘਟ ਦੇ ਵਿੱਚ ਆਪ ਵਸਦਾ ਏ। ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ। ਜਿਨ੍ਹਾਂ ਪੁਰਸ਼ਾਂ ਨੂੰ ਉਹ ਪ੍ਰਮਾਤਮਾ ਚਿਤ ਚੇਤੇ ਨਹੀਂ ਆਉਂਦਾ, ਉਹਨਾਂ ਨੂੰ ਪਤਾ ਨਹੀਂ ਕਿਤਨਾ ਦੁੱਖ ਹੋਵੇਗਾ। ਭਾਵ ਵਿਚਾਰਿਆ ਨਹੀਂ ਜਾਂਦਾ ਜਮ ਉਹਨਾਂ ਨੂੰ ਕਿਤਨੀਆਂ ਸਜ਼ਾਵਾਂ ਦੇਖ ਕੇ ਦੁੱਖ ਦੇਣਗੇ। ਉਹਨਾਂ ਦੇ ਸਿਰ ਤੇ ਜੰਮਣ ਮਰਨ ਦਾ ਗਣਾ ਗਿਣਤੀ ਰਹਿਤ ਦੁੱਖ ਖੜਾ। ਭਾਵ ਪਤਾ ਨਹੀਂ ਕਿਤਨੀ ਵਾਰ ਜੰਮਣਾ ਤੇ ਮਰਨਾ ਹੈ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਨਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਨਾ। ਹੇ ਭਾਈ, ਜਿਨ੍ਹਾਂ ਬੰਦਿਆਂ ਨੇ ਸਰਬ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਹਨਾਂ ਦਾ ਭਾਗ ਬੜਾ ਭਾਗ ਜਾਗ ਪੈਂਦਾ ਏ। ਜਿਨ੍ਹਾਂ ਨੇ ਪ੍ਰਭੂ ਵਾਹਿਗੁਰੂ ਨੂੰ ਰਾਵਿਆ, ਉਚਾਰਿਆ, ਭਾਵ ਉਸ ਦਾ ਸਿਮਰਨ ਕੀਤਾ, ਉਸ ਦੇ ਮਨਾ ਉੱਤਮ ਸ਼੍ਰੋਮਣੀ ਭਾਗ ਹਨ ਵਾ ਉਹਨਾਂ ਦੇ ਮਨਾ ਮੂਹੀ ਭਾਗ ਹਨ। ਜੋ ਇਸਤਰੀ ਆਪਣੇ ਪਤੀ ਦੇ ਆਨੰਦ ਤਾਈਂ ਮਾਣਦੀ, ਉਸ ਦੇ ਵੱਡੇ ਭਾਗ ਹੁੰਦੇ ਹਨ। ਨਹੀਂ ਤਾਂ ਭਾਗਾਂ ਤੋਂ ਬਗੈਰ ਕਈ ਝੂਰਦੀਆਂ ਹੀ ਰਹਿੰਦੀਆਂ ਹਨ। ਐਸੇ ਹੀ ਜਿਨ੍ਹਾਂ ਨੇ ਜਗਿਆਸੂ ਤਤ ਬੇਤਿਆਂ ਨੂੰ ਪਤੀ ਪਰਮੇਸ਼ਵਰ ਰੂਪ ਗੁਰੂ ਦੀ ਪ੍ਰਾਪਤੀ ਦੇ ਆਨੰਦ ਨੂੰ ਰਾਵਿਆ ਹੈ, ਮਾਨਿਆ ਹੈ, ਉਹਨਾਂ ਦੇ ਵੱਡੇ ਭਾਗ ਹਨ। ਸਾਧ ਸੰਗਤ ਜੀ, ਜਿਨ੍ਹਾਂ ਨੇ ਸਰਬ ਵਿਆਪਕ ਹਰ ਇੱਕ ਥਾਂ ਤੇ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ, ਉਹਨਾਂ ਦੇ ਭਾਗ ਜਾਗ ਪੈਂਦੇ ਨੇ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਨਾਨਕ ਦਾ ਮਨ ਵੀ ਹਰੀ ਦੇ ਦੀਦਾਰ ਨੂੰ ਤੰਗਦਾ ਏ। ਨਾਨਕ ਦੇ ਮਨ ਵਿੱਚ ਹਰੀ ਦੇ ਦਰਸ਼ਨ ਦਾ ਪਿਆਸ ਹੈ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੇ ਪਾਏ ਲੱਗਾ। ਤਿਸ ਕੇ ਪਾਏ ਤੋਂ ਭਾਵ ਉਸ ਮਨੁੱਖ ਦੇ ਪੈਰੀ ਲੱਗਾ। ਮੈਂ ਲੱਗਦਾ ਹਾਂ ਜਿਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ, ਮੈਂ ਉਸ ਦੇ ਚਰਨੀ ਲੱਗਾਂਗਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਹੇ ਭਾਈ, ਨਿਮਰਤਾ ਦੇ ਨਾਲ ਇਉਂ ਬੇਨਤੀ ਕਰੋ, ਜੇ ਸਾਨੂੰ ਮਹਾਪੁਰਸ਼ ਮਨੁੱਖਾ ਜਨਮ ਰੂਪ ਚੇਤ ਦੇ ਮਹੀਨੇ ਵਿੱਚ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦੇਣ ਤਾਂ ਅਸੀਂ ਉਹਨਾਂ ਦੇ ਚਰਨੀ ਲੱਗਾਂਗੇ।
ਚੇਤ ਦਾ ਮਹੀਨਾ ਉਹਨਾਂ ਦਾ ਸਫਲ ਹੈ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੇ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ। ਮੈਂ ਐਸੇ ਪ੍ਰਮਾਤਮਾ ਨਾਲ ਮਿਲਾਉਣ ਵਾਲੇ ਮਹਾਂਪੁਰਸ਼ਾਂ ਦੇ ਚਰਨੀ ਲੱਗਣਾ ਚਾਹੁੰਦਾ ਹਾਂ। ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਨ ਚੇਤ ਮਹੀਨੇ ਦੇ ਗੁਰਸ਼ਬਦ ਦੇ ਪਾਵਨ ਮੁਖਵਾਕ ਦੇ ਅੱਖਰੀ ਵਿਚਾਰ, ਜਿਨ੍ਹਾਂ ਮਹਾਤਮਾ ਨੂੰ ਚੇਤ ਦੇ ਮਹੀਨੇ ਵਿੱਚ ਮਨੁੱਖਾ ਸਰੀਰ ਰੂਪੀ ਚੇਤ ਦੇ ਮਹੀਨੇ ਵਿੱਚ ਵਾਹਿਗੁਰੂ ਸਾਖਿਆਤ ਹੋ ਕੇ ਮਿਲਿਆ, ਉਹਨਾਂ ਦੇ ਚਰਨੇ ਲੱਗਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਉਪਦੇਸ਼ ਸੁਣ ਕੇ ਬਾਬਾ ਬੁੱਢਾ ਜੀ ਤੇ ਸਿੱਖ ਸੰਗਤ ਅਤਿਅੰਤ ਪ੍ਰਸੰਨ ਹੋਈਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੀਆਂ ਹੋਈਆਂ ਆਪਣੇ ਆਪਣੇ ਇਲਾਕਿਆਂ ਨੂੰ ਚਲੀਆਂ ਗਈਆਂ। ਆਪਾਂ ਵੀ ਇਸ ਪਵਿੱਤਰ ਉਪਦੇਸ਼ ਨੂੰ ਸੁਣ ਕੇ ਧਾਰਨ ਕਰੀਏ, ਮਨਾਂ ਦੇ ਵਿੱਚ ਵਸਾਈਏ, ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਈਏ। ਸਾਧ ਸੰਗਤ ਜੀ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਗੱਜ ਕੇ ਫਤਿਹ ਬੁਲਾਓ, ਦਿਓ ਪਿਆਰ ਦੇ ਨਾਲ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।